भगवान का खत सिरलेख हेठ एक रिकॉर्डिंग पाई गई है दूसरे ग्रुप विच। ਇਹੋ ਹੀ ਧਾਰਮਿਕ ਵਿਅਕਤੀ ਦਾ ਇੱਕ ਦੁਨੀਆ ਨੂੰ ਲੁੱਟਣ ਦਾ ਢੰਗ ਹੈ, ਕਹਿ ਸਕਦੇ ਆ ਆਪਾਂ। ਇਹ ਕਹਿ ਰਿਹਾ ਹੈ ਵੀ ਪ੍ਰਮਾਤਮਾ ਨੇ ਚਿੱਠੀ ਪਾਈ ਹੋਈ ਹੈ ਮੈਨੂੰ। ਪ੍ਰਮਾਤਮਾ ਜੋ ਕਹਿ ਰਿਹਾ ਹੈ ਉਹ ਹੀ ਮੈਂ ਤੁਹਾਨੂੰ ਸੁਣਾ ਰਿਹਾ ਹਾਂ। ਤੇ ਜੋ ਵੀ ਇਹ ਖਿਆਲ ਇਸ ਰਿਕਾਰਡਿੰਗ ਵਿੱਚ ਪ੍ਰਗਟ ਕਰ ਰਿਹਾ ਹੈ ਨਾ, ਤਕਰੀਬਨ ਸਾਰੇ ਧਾਰਮਿਕ ਲੋਕਾਂ ਦਾ ਇਹੋ ਹੀ ਹੈ। ਇਵੇਂ ਹੀ ਸੋਚ ਰਹੇ ਹਨ ਤੇ ਇਵੇਂ ਹੀ ਕਹਿ ਰਹੇ ਹਨ ਵੀ ਪਰਮਾਤਮਾ ਕਹਿੰਦਾ ਹੈ ਤੁਹਾਨੂੰ ਵੀ ਮੈਨੂੰ ਯਾਦ ਕਰੋ, ਮੈਨੂੰ ਚੇਤੇ ਕਰੋ, ਮੇਰੀ ਖੁਸ਼ਾਮਦ ਕਰੋ। ਤੇ ਧਾਰਮਿਕ ਵਿਅਕਤੀ ਜਦੋਂ ਐਸਾ ਕਹਿੰਦਾ ਹੈ ਤਾਂ ਆਮ ਸਧਾਰਨ ਲੋਕ ਸੋਚਦੇ ਹਨ ਵੀ ਠੀਕ ਹੀ ਕਹਿੰਦਾ ਹੈ। ਤੋ ਫਿਰ ਧਾਰਮਿਕ ਸਥਾਨਾਂ 'ਤੇ ਜਾਂਦਾ ਹੈ, ਇਹਨਾਂ ਧਾਰਮਿਕ ਲੋਕਾਂ ਕੋਲ। ਉਹ ਕਹਿੰਦੇ ਹਨ ਵੀ ਇੱਥੇ ਬੈਠ ਕੇ ਪਰਮਾਤਮਾ ਦੀ ਉਸਤਤ ਕਰ, ਇਹ ਧਾਰਮਿਕ ਸਥਾਨ ਹੈ, ਇੱਥੇ ਪਰਮਾਤਮਾ ਦੀ ਖੁਸ਼ਾਮਦ ਕਰ, ਇੱਥੇ ਜ਼ਿਆਦਾ ਮੰਨਦਾ ਹੈ ਪਰਮਾਤਮਾ, ਇਸ ਧਾਰਮਿਕ ਸਥਾਨ 'ਤੇ ਜ਼ਿਆਦਾ ਸੁਣਦਾ ਹੈ, ਇੱਥੇ ਅਰਦਾਸ ਕਰ। ਇੱਥੇ ਪੂਜਾ ਕਰ, ਇੱਥੇ ਪ੍ਰਾਰਥਨਾ ਕਰ, ਇੱਥੇ ਰਿਸ਼ਵਤ ਦੇ ਪਰਮਾਤਮਾ ਨੂੰ। ਜਿਹੜੇ ਪੁੰਨਦਾਨ ਕਰਦਾ ਹੈ ਉਹ ਕੀ ਕਰ ਰਿਹਾ ਹੈ? ਰਿਸ਼ਵਤ ਹੀ ਹੈ ਪਰਮਾਤਮਾ ਨੂੰ। ਪਰਮਾਤਮਾ ਨੂੰ ਦੇਣ ਦਾ ਕੀ ਲੋੜ ਹੈ? ਉਹਨੇ ਤਾਂ ਸਾਰਾ ਕੁਛ ਦਿੱਤਾ ਹੈ। ਤੁਹਾਨੂੰ ਦਿੰਦਾ ਹੈ ਰਿਸ਼ਵਤ, ਖੁਸ਼ਾਮਦ ਕਰਦਾ ਹੈ। ਜਿਵੇਂ ਬਾਹਰ ਕਿਸੇ ਅਫਸਰ ਦੀ ਤੁਸੀਂ ਖੁਸ਼ਾਮਦ ਕਰੋ, ਕਿਸੇ ਲੀਡਰ ਦੀ ਖੁਸ਼ਾਮਦ ਕਰੋ, ਕਿਸੇ ਆਗੂ ਦੀ ਖੁਸ਼ਾਮਦ ਕਰੋ, ਵਡਿਆਈ ਕਰੋ, ਮਹਿਮਾ ਕਰੋ। ਕਰਦੇ ਹੀ ਹਨ ਲੋਕ ਜਿਨ੍ਹਾਂ ਨੇ ਕੁਛ ਕਰਵਾਉਣਾ ਹੈ, ਕੁਛ ਪਾਉਣਾ ਹੈ, ਕੁਛ ਲੈਣਾ ਹੈ, ਬੜੀਆਂ ਖੁਸ਼ਾਮਤਾਂ ਕਰਦੇ, ਮੱਖਣ ਲਾਉਂਦੇ ਹਨ। ਮੱਖਣ ਤੋਂ ਫਿਰ ਉਹ ਬੰਦਾ ਫਿਸਲ ਜਾਂਦਾ ਹੈ। ਪਰ ਪਰਮਾਤਮਾ ਇਹ ਆਣਾ ਥੋੜ੍ਹੀ ਹੈ, ਲੋਕ ਨੇ ਰਾਮ ਖਿਲਾਉਣਾ ਜਾਨ, ਖਿਲਾਉਣਾ ਥੋੜ੍ਹੀ, ਬੇਸਮਝ ਥੋੜ੍ਹੀ ਵੀ ਤੁਹਾਡੀ ਖੁਸ਼ਾਮਦ ਦੇ ਅਧੀਨ ਆ ਜਾਊਗਾ। ਤੇ ਇਉਂ ਹੀ ਧਾਰਮਿਕ ਲੋਕਾਂ ਦਾ ਧੰਦਾ ਵੀ ਚੱਲ ਰਿਹਾ ਹੈ। ਇਸ ਰਿਕਾਰਡਿੰਗ ਦੇ ਵਿੱਚ ਜੋ ਵੀ ਕਿਹਾ ਹੈ ਨਾ, ਇਹ ਠੀਕ ਹੀ ਹੈ। ਇੱਦਾਂ ਦੀ ਹੀ ਸੋਚ ਹੈ ਧਾਰਮਿਕ ਵਿਅਕਤੀ ਦੀ। ਮੈਂ ਪਹਿਲਿਆਂ ਗਰੁੱਪ ਵਿੱਚ ਵੀ ਪਾ ਦੂੰਗਾ ਤੇ ਤੁਸੀਂ ਸੁਣ ਕੇ ਦੇਖੋ ਵੀ ਐਸੇ ਹੀ ਸੋਚ ਰਹੇ ਹਨ ਧਾਰਮਿਕ ਵਿਅਕਤੀ ਵੀ ਪਰਮਾਤਮਾ ਕਹਿ ਰਿਹਾ ਹੈ ਵੀ ਮੈਨੂੰ ਸਵੇਰੇ ਨਹੀਂ ਯਾਦ ਕੀਤਾ, ਦੁਪਹਿਰੇ ਨਹੀਂ ਕੀਤਾ, ਸ਼ਾਮ ਨੂੰ ਕੀਤਾ, ਮੈਂ ਇੰਨੀਆਂ ਸੁੱਖ ਸੁਵਿਧਾਵਾਂ ਤੈਨੂੰ ਦੇ ਰਿਹਾ ਹਾਂ, ਤੂੰ ਮੈਨੂੰ ਯਾਦ ਨਹੀਂ ਕਰ ਰਿਹਾ। ਚੇਤੇ ਤੇ ਕਰ ਮੈਨੂੰ। ਦੱਸ ਕਾਹਦੇ ਵਾਸਤੇ? ਸੁੱਖ ਸੁਵਿਧਾ ਵਾਸਤੇ। ਉਹ ਮੈਂ ਕੱਲ੍ਹ ਕਹਿ ਰਿਹਾ ਸੀ ਨਾ। ਤੇ ਬਾਹਰ ਜੋ ਧਾਰਮਿਕ ਲੋਕ ਹਨ ਨਾ, ਜੋ ਕਹਿ ਰਹੇ ਹਨ, ਦਰਅਸਲ ਸਭ ਤੋਂ ਵੱਡਾ ਕਾਰਨ ਕੀ ਹੈ ਵੀ ਤੁਸੀਂ ਜ਼ਿਆਦਾਤਰ ਲੋਕ ਬਾਹਰ ਜੋ ਧਾਰਮਿਕ ਲੋਕ ਪ੍ਰਚਾਰ ਕਰਦੇ ਹਨ ਨਾ, ਉਹ ਪ੍ਰਚਾਰ ਹੈ ਬਹੁਤ ਜ਼ਿਆਦਾ, ਬਹੁਤ ਤਾਦਾਦ ਦੇ ਵਿੱਚ ਹੋ ਰਿਹਾ ਹੈ। ਤੁਹਾਨੂੰ ਸੁਣਨ ਦੇ ਆਦੀ ਹੋ ਚੁੱਕੇ ਆ।
ਤੁਸੀਂ ਉਸ ਹਿਸਾਬ ਦੇ ਨਾਲ ਹੀ ਸੁਣਦੇ ਹੋ ਜਿਸ ਢੰਗ ਦੇ ਨਾਲ ਬਾਹਰ ਤੁਹਾਨੂੰ ਸੁਣਾਇਆ ਜਾ ਰਿਹਾ ਹੈ, ਤੁਸੀਂ ਉੱਦਾਂ ਹੀ ਸੋਚਦੇ ਹੋ। ਇੱਧਰ ਦੀ ਗੱਲ ਤੁਹਾਨੂੰ ਸਮਝ ਵਿੱਚ ਨਹੀਂ ਆਉਂਦੀ। ਕਿਉਂਕਿ ਉਹ ਜੋ ਬਾਹਰ ਹਨ, ਬਾਹਰਲੇ ਧਾਰਮਿਕ ਲੋਕ ਸੁਣਾਉਂਦੇ ਹਨ, ਉਹ ਪਿਛਲਾ ਸੁਣਾ ਰਹੇ ਹਨ, ਰਟਿਆ ਰਟਾਇਆ, ਯਾਦ ਕੀਤਾ ਹੋਇਆ, ਪੜ੍ਹ ਸੁਣ ਕੇ, ਵਿਚਾਰ ਕੇ ਗ੍ਰੰਥ। ਇੱਧਰ ਬਿਲਕੁਲ ਨਵੀਨ ਤੁਹਾਨੂੰ ਦਿੱਤਾ ਜਾ ਰਿਹਾ ਹੈ, ਨਵਾਂ ਸੁਣਾਇਆ ਜਾ ਰਿਹਾ ਹੈ। ਤੁਹਾਡੀ ਸਮਝ ਵਿੱਚ ਨਹੀਂ ਆਉਂਦਾ ਹੈ, ਜਿਵੇਂ ਕੋਈ ਨਵੀਂ ਚੀਜ਼ ਤੁਹਾਡੇ ਸਾਹਮਣੇ ਆ ਜਾਵੇ, ਤੁਹਾਨੂੰ ਪਰਖਣੀ ਔਖੀ ਹੋ ਜਾਂਦੀ। ਤੇ ਪੁਰਾਣੀਆਂ ਧਾਰਨਾਵਾਂ ਸਾਰੀਆਂ ਛੱਡੋਗੇ ਤਾਂ ਹੀ ਤੁਸੀਂ ਪਰਖੋਗੇ। ਇਹੋ ਤੇ ਮੈਂ ਕਹਿ ਰਿਹਾ, ਪੁਰਾਣੇ ਸੰਸਕਾਰ, ਪੁਰਾਣੀਆਂ ਧਾਰਨਾਵਾਂ ਜਿਹੜੀਆਂ ਤੁਹਾਡੇ ਪ੍ਰਚਾਰਕਾਂ ਨੇ ਤੁਹਾਡੇ ਅੰਦਰ ਪਾਈਆਂ ਹੋਈਆਂ ਹਨ ਧਰਮ ਦੇ ਬਾਬਤ। ਧਰਮ ਕੀ ਹੈ ਜੋ ਦੱਸ ਰਹੇ ਹਨ, ਉਹ ਧਰਮ ਹੀ ਨਹੀਂ ਹੈ, ਉਹ ਤਾਂ ਸੰਸਾਰ ਦਾ ਇੱਕ ਹਿੱਸਾ ਹੈ। ਸੰਸਾਰੀ ਆਦਮੀ ਨੂੰ ਕਿਹਾ ਜਾ ਰਿਹਾ ਵੀ ਸਵੇਰੇ ਸ਼ਾਮ ਪਰਮਾਤਮਾ ਨੂੰ ਯਾਦ ਕਰ, ਚੇਤੇ ਕਰ, ਖੁਸ਼ਾਮਦ ਕਰ, ਨਿਤਨੇਮ ਕਰ, ਕਲਾਸਾਂ ਲਾ ਪਰਮਾਤਮਾ ਵਾਸਤੇ। ਤੋ ਸਵੇਰੇ ਸ਼ਾਮ ਯਾਦ ਕਰਦਾ ਹੈ, ਚੇਤੇ ਕਰਦਾ ਹੈ ਵੀ ਤੂੰ ਸੁਖੀ ਰਵੇਂਗਾ ਸੰਸਾਰ ਦੇ ਵਿੱਚ, ਤੈਨੂੰ ਸੁੱਖ ਸੁਵਿਧਾਵਾਂ ਵਧੀਆ ਮਿਲਣਗੀਆਂ ਜਿੰਨੀ ਪਰਮਾਤਮਾ ਦੀ ਖੁਸ਼ਾਮਦ ਕਰੇਂਗਾ, ਉਸਤਤ ਕਰੇਂਗਾ। ਇਹੋ ਕਿਹਾ ਜਾ ਰਿਹਾ ਹੈ ਨਾ, ਵਡਿਆਈ ਕਰਨੀ ਹੈ, ਪਰਮਾਤਮਾ ਸੁੱਖ ਦੇਊਗਾ। ਗੁਰੂ ਦੀ ਵਡਿਆਈ ਕਰੋ, ਗੁਰੂ ਖੁਸ਼ ਹੋਵੇਗਾ। ਪੁੰਨ ਦਾਨ ਕਰੋ, ਮਹਿਮਾ ਕਰੋ, ਆਦਰ ਸਤਿਕਾਰ ਕਹਿੰਦੇ ਗੁਰੂ ਦਾ ਜ਼ਿਆਦਾ ਕਰੋ, ਗੁਰੂ ਖੁਸ਼ ਹੋਵੇਗਾ। ਗੁਰੂ ਜੋ ਕਹਿ ਰਿਹਾ ਹੈ ਨਾ, ਉਹ ਸਮਝਣਾ ਹੈ, ਉਹਦੇ ਵਿੱਚ ਗੁਰੂ ਦੀ ਖੁਸ਼ੀ। ਗੁਰ ਕਹਿਆ ਸਾ ਕਾਰ ਕਮਾਵੋ, ਉਹਦੇ ਵਿੱਚ ਗੁਰੂ ਦੀ ਖੁਸ਼ੀ। ਜੋ ਕਹਿ ਰਿਹਾ ਹੈ ਉਹ ਸੰਦੇਸ਼ ਹੈ ਪਰਮਾਤਮਾ ਦਾ, ਗੁਰੂ ਦੁਆਰਾ ਜਿਹੜਾ ਆਇਆ ਹੈ। ਤੇ ਗੁਰੂ ਤੇ ਇਹ ਕਹਿ ਰਿਹਾ ਹੈ ਤੁਹਾਨੂੰ ਵੀ ਤੁਸੀਂ ਜਿਹੜੇ ਸੰਸਾਰ ਦੇ ਵਿੱਚ ਰਹਿ ਰਹੇ ਹੋ ਨਾ, ਇਹ ਸੱਤ ਨਹੀਂ ਹੈ, ਇਹ ਵਾਸਤਵਿਕ ਨਹੀਂ ਹੈ, ਇਹ ਝੂਠ ਹੈ, ਅਸੱਤ ਹੈ, ਕੂੜ ਹੈ, ਮਿਥਿਆ ਹੈ। ਜੈਸੇ ਜਲਤੇ ਬੁੱਧ ਬੁਧਾ ਉਪਜੈ ਬਿਨ ਸੇ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਉਹ ਇਹ ਕਹਿ ਰਹੇ ਹਨ ਵੀ ਥਿਰ ਨਹੀਂ ਹੈ, ਟਿਕਿਆ ਹੋਇਆ ਨਹੀਂ ਹੈ। ਇਹਦੇ ਵਾਸਤੇ ਤੁਸੀਂ ਪਰਮਾਤਮਾ ਦਾ ਚਿੰਤਨ ਨਹੀਂ ਕਰਨਾ ਹੈ, ਬਲਕਿ ਗੱਲ ਉਲਟੀ ਹੈ। ਉਲਟੀ ਗੱਲ ਸਮਝਣੀ ਬੜੀ ਔਖੀ ਹੈ। ਪਰਮਾਤਮਾ ਦਾ ਚਿੰਤਨ ਕਰਨਾ ਸੰਸਾਰ ਨੂੰ ਛੱਡਣ ਵਾਸਤੇ। ਗੁਰੂ ਨੂੰ ਯਾਦ ਕਰਨਾ ਹੈ, ਗੁਰੂ ਨਾਲ ਪ੍ਰੇਮ ਕਰਨਾ। ਕਿਉਂ ਕਰਨਾ ਹੈ? ਸੰਸਾਰ ਤੋਂ ਮੁਕਤ ਹੋਣ ਵਾਸਤੇ। ਇਹੋ ਕਿਹਾ ਜਾਂਦਾ ਹੈ ਨਾ, ਗੁਰੂ ਮੁਕਤ ਕਰਦਾ ਹੈ ਸੰਸਾਰ ਤੋਂ। ਜਿਹੜਾ ਮੁਕਤ ਹੈ ਉਹ ਮੁਕਤੀ ਕਰੇਗਾ ਨਾ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਤੇ ਗੁਰੂ ਨਾਲ ਪ੍ਰੇਮ ਕਰਨਾ ਹੈ ਸੰਸਾਰ ਤੋਂ ਮੁਕਤ ਹੋਣ ਵਾਸਤੇ। ਇੱਦਾਂ ਹੀ ਪਰਮਾਤਮਾ ਹੈ। ਪਰ ਸਮੱਸਿਆ ਇਹ ਹੈ ਨਾ, ਜਿਹੜੇ ਨਹੀਂ ਮੁਕਤ ਹੋਣਾ ਚਾਹੁੰਦੇ ਹਨ, ਜ਼ਿਆਦਾ ਲੋਕ ਉਹ ਹਨ ਧਾਰਮਿਕ, ਜਿਨ੍ਹਾਂ ਦੀ ਅਜੇ ਰੁਚੀ ਸੰਸਾਰ ਵਿੱਚ ਹੈ, ਜਿਹੜੇ ਅਜੇ ਕਲਾਸਾਂ ਲਾ ਰਹੇ ਹਨ, ਜਿਨ੍ਹਾਂ ਦੇ ਅਜੇ ਸਬਜੈਕਟ ਰਹਿ ਗਏ ਹਨ ਪੜ੍ਹਨ ਵਾਸਤੇ, ਅਜੇ ਸਮਝਿਆ ਨਹੀਂ ਹੈ ਸਬਜੈਕਟਾਂ ਨੂੰ।
ਅਜੇ ਕਾਮ ਵਾਸ਼ਨਾ ਤੋਂ ਮੁਕਤ ਨਹੀਂ ਹੋਏ। ਕਾਮ ਵਾਸ਼ਨਾ ਦਾ ਸਬਜੈਕਟ ਨਹੀਂ ਪੜ੍ਹਿਆ ਹੈ ਚੰਗੀ ਤਰ੍ਹਾਂ। ਜੇ ਪੜ੍ਹ ਲੈਣਗੇ ਤਾਂ ਮੁਕਤ ਹੋ ਹੀ ਜਾਣਗੇ ਨਾ। ਅਤੇ ਕਾਮ ਵਾਸਨਾ ਦਾ ਸਬਜੈਕਟ ਰਹਿੰਦਾ ਹੈ ਕਈਆਂ ਦਾ ਪੜ੍ਹਨ ਸਮਝਣ। ਸਮਝ ਲਓਗੇ ਤਾਂ ਮੁਕਤ ਹੋਵੋਗੇ। ਕਲਾਸਾਂ ਲਾਓ। ਲੋਭ ਦਾ ਸਬਜੈਕਟ, ਮੋਹ ਦਾ ਸਬਜੈਕਟ ਕਈਆਂ ਦਾ ਰਹਿੰਦਾ ਹੈ ਪੜ੍ਹਨ। ਕਈਆਂ ਅੰਦਰ ਚਾਹਤ ਹੈ ਇਹ ਸੰਸਾਰ ਦੀ, ਸੁੱਖਾਂ ਦੀ ਵਾਸ਼ਨਾ ਹੈ, ਕਾਮਨਾ ਹੈ। ਅਤੇ ਜਿਹੜੇ ਕਲਾਸਾਂ ਲਾ ਰਹੇ ਹਨ, ਜਿਨ੍ਹਾਂ ਦੀਆਂ ਕਲਾਸਾਂ ਅਜੇ ਸੰਸਾਰ ਵਿੱਚ ਰਹਿੰਦੀਆਂ ਹਨ ਲਾਉਣ ਵਾਸਤੇ, ਅਜੇ ਜਾਣਿਆ ਨਹੀਂ ਹੈ ਸੰਸਾਰ ਨੂੰ, ਉਹ ਥੋੜ੍ਹੀ ਮੁਕਤ ਹੋਣਗੇ। ਇਹ ਜੋ ਮੈਂ ਬੋਲ ਰਿਹਾ ਹੈ ਸਾਰਿਆਂ ਵਾਸਤੇ ਥੋੜ੍ਹੀ ਹੈ। ਇਹੋ ਹੀ ਤਾਂ ਮੈਂ ਕੱਲ੍ਹ ਕਹਿ ਰਿਹਾ ਸੀ। ਇਹ ਤਾਂ ਕੁਛ ਕੁ ਹਨ ਜਿਹੜੇ ਆਖਰੀ ਸੀਮਾ 'ਤੇ ਪਹੁੰਚ ਗਏ ਹਨ ਜਾਂ ਪਹੁੰਚਣ ਵਾਲੇ ਹਨ, ਜਿਨ੍ਹਾਂ ਦੇ ਸਾਰੇ ਹੀ ਸਬਜੈਕਟ ਪੂਰੇ ਹੋ ਗਏ ਹਨ, ਜਿਨ੍ਹਾਂ ਨੇ ਪੜ੍ਹ ਲਿਆ ਹੈ, ਸੰਸਾਰ ਨੂੰ ਜਾਣ ਲਿਆ ਹੈ ਵੀ ਇਹ ਝੂਠ ਹੈ, ਅਸੱਤ ਹੈ, ਮਿਥਿਆ ਹੈ, ਕੂੜ ਹੈ। ਅਤੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਵੀ ਤੁਸੀਂ ਹੁਣ ਕੂੜ ਤੋਂ ਬਾਹਰ ਆ ਸਕਦੇ ਹੋ, ਡਰੋ ਨਾ। ਜਿੱਥੇ ਰਹਿਆ ਹੋਵੇ ਆਦਮੀ ਜ਼ਿਆਦਾ ਸਮਾਂ, ਸੰਬੰਧ ਬਣਾਏ ਹੋਣ, ਜਿਵੇਂ ਮੈਂ ਕੱਲ੍ਹ ਕਿਹਾ ਸੀ ਵੀ ਜਿਹੜੇ ਸਕੂਲ 'ਚ ਬੱਚਾ ਸ਼ੁਰੂ ਤੋਂ ਅਖੀਰ ਤੱਕ ਰਹਿੰਦਾ ਹੈ, ਆਦਤ ਬਣ ਜਾਂਦੀ ਹੈ, ਡਰਦਾ ਹੈ ਉਹਨਾਂ ਨੂੰ ਛੱਡਣ। ਇੱਦਾਂ ਹੀ ਸੰਸਾਰਿਕ ਜੀਵ ਹੈ ਨਾ, ਅਤੇ ਡਰਦਾ ਹੈ। ਅਤੇ ਮੈਂ ਉਹਨਾਂ ਨੂੰ ਸੂਰਮੇ ਬਣਾ ਰਿਹਾ ਹਾਂ। ਮੈਂ ਕਹਿੰਦਾ ਹਾਂ ਤੁਸੀਂ ਸਾਹਸ ਕਰੋ, ਹਿੰਮਤ ਕਰੋ, ਡਰਨ ਦੀ ਲੋੜ ਨਹੀਂ ਹੈ। ਬਹੁਤ ਜਗਿਆਸੂ ਡਰਦੇ ਹਨ। ਮੈਨੂੰ ਟੈਲੀਫੋਨ ਵੀ ਆਉਂਦਾ ਹੈ ਕਈਆਂ ਦਾ। ਕਈ ਕਹਿੰਦੇ ਹਨ ਵੀ ਸੰਸਾਰ ਸਾਨੂੰ ਝੂਠ ਲੱਗਣ ਲੱਗ ਪਿਆ ਹੈ, ਮਿੱਥਿਆ ਮਿੱਥਿਆ ਲੱਗਦਾ, ਵੀ ਡਰ ਵੀ ਬੜਾ ਲੱਗਦਾ ਵੀ ਛੁੱਟ ਹੀ ਨਾ ਜਾਵੇ, ਫਿਰ ਕੀ ਹੋਊ, ਕੀ ਬਣੂ, ਵੀ ਸਭ ਕੁਝ ਛੁੱਟ ਗਿਆ। ਤੁਸੀਂ ਸੋਚੋ, ਅਤੇ ਡਰ ਤਾਂ ਲੱਗਦਾ ਹੀ ਹੈ ਨਾ। ਤਾਂ ਉਹਨਾਂ ਦੀ ਮੈਂ ਹਿੰਮਤ ਬਣਵਾ ਰਿਹਾ ਹਾਂ। ਮੈਂ ਕਹਿੰਦਾ ਹਾਂ ਮੈਂ ਤੁਹਾਡੇ ਨਾਲ ਹਾਂ, ਤੁਸੀਂ ਫਿਕਰ ਕਿਉਂ ਕਰਦੇ ਹੋ? ਤੁਸੀਂ ਚਿੰਤਾ ਨਾ ਕਰੋ। ਤੁਸੀਂ ਸੂਰਮੇ ਬਣੋ। ਫਿਰ ਐਸੇ ਸੂਰਮੇ ਬਹੁਤ ਵਿਰਲੇ ਹੁੰਦੇ ਹਨ, ਖਿਆਲ ਵਿੱਚ ਰੱਖੋ। ਦੂਸਰੇ ਨੂੰ ਮਾਰ ਲੈਣਾ ਕੋਈ ਸੂਰਮਤਾ ਹੀ ਥੋੜ੍ਹੀ ਹੈ। ਲੋਕ ਸੋਚਦੇ ਹਨ ਜਿਹੜਾ ਦੂਸਰਿਆਂ ਨੂੰ ਮਾਰ ਲੈਂਦਾ ਹੈ ਤਲਵਾਰ ਹੱਥ ਦੇ ਵਿੱਚ, ਅਤੇ ਲਲਕਾਰੇ ਜਿਹੇ ਮਾਰੀ ਜਾਂਦਾ ਹੈ ਭੁੱਬਾਂ ਜੀਆਂ ਬਾਹਰ, ਦੂਸਰਿਆਂ ਨੂੰ ਡਰਾਉਂਦਾ ਹੈ, ਦੂਸਰਿਆਂ ਨੂੰ ਮਾਰ ਦਿੰਦਾ ਹੈ, ਉਹ ਸੂਰਮਾ ਥੋੜ੍ਹੀ ਹੈ। ਦੂਸਰੇ ਨੂੰ ਮਾਰਨਾ ਤਾਂ ਬਹੁਤ ਸੁਖਾਲਾ ਹੈ। ਬੱਚਾ ਮਾਰ ਲੈਂਦਾ ਅਜੋਕੇ ਸਮੇਂ 'ਚ। ਅਤੇ ਅਜੋਕੇ ਸਮੇਂ 'ਚ ਹਥਿਆਰ ਹੀ ਐਸੇ ਹਨ, ਬੱਚਾ ਮਾਰ ਸਕਦਾ ਹੈ, ਹਜ਼ਾਰਾਂ ਨੂੰ ਮਾਰ ਸਕਦਾ ਹੈ। ਇਹ ਕਾਹਦੀ ਸੂਰਮਤਾ ਹੀ? ਸੂਰਮਾ ਉਹ ਹੈ ਜਿਹੜਾ ਆਪਣੇ ਆਪ ਨੂੰ ਮਾਰਦਾ ਹੈ, ਆਪਣੇ ਮਨ ਨੂੰ ਮਾਰਦਾ ਹੈ, ਆਪਣੀ ਹਉਂ ਨੂੰ ਮਾਰਦਾ ਹੈ, ਜਿਹੜਾ ਆਪਣੀ ਮੈਂ ਨੂੰ ਮਾਰ ਮਕਾਉਂਦਾ ਹੈ, ਉਹ ਹੈ ਵਾਸਤਵਿਕ ਦੇ ਵਿੱਚ ਸੂਰਮਾ। ਤੂੰ ਨੂੰ ਮਾਰਨਾ ਇਹ ਵੀ ਕੋਈ ਕਠਿਨ ਹੈ। ਅਤੇ ਐਸੇ ਸੂਰਮੇ ਜਿਹੜੇ ਹਨ, ਐਸੇ ਸੂਰਮੇ ਤਾਂ ਬਹੁਤ ਘੱਟ ਹਨ ਨਾ। ਇਹ ਜੋ ਤੁਸੀਂ ਬਾਹਰ ਦੇਖ ਰਹੇ ਹੋ ਸੰਸਾਰਿਕ ਵਿਅਕਤੀ, ਜਿਨ੍ਹਾਂ ਨੂੰ ਤੁਸੀਂ ਧਾਰਮਿਕ ਸਮਝ ਰਹੇ ਹੋ, ਇਹ ਧਾਰਮਿਕ ਥੋੜ੍ਹੀ ਹਨ। ਇਹ ਤਾਂ ਬੁਝਦਿਲ ਹਨ, ਜਿਹੜੇ ਸੰਸਾਰ ਨੂੰ ਛੱਡਣ ਦੀ ਗੱਲ 'ਤੇ ਹੀ, ਦੇਖੋ ਤੁਸੀਂ, ਮੈਂ ਇੱਧਰ ਨੂੰ ਛੱਡਣ ਦੀ ਗੱਲ ਹੀ ਕਹਿ ਰਿਹਾ ਹਾਂ ਨਾ, ਇੰਨਾ ਹੀ ਸੁਣਨਾ ਉਹਨਾਂ ਨੂੰ ਔਖਾ ਹੈ। ਤਾਂ ਕਿੰਨਾ ਕੁ ਸਾਹਸ ਹੋਊਗਾ ਉਹਨਾਂ ਦੇ ਵਿੱਚ ਵੀ ਜਿਹੜਾ ਸੰਸਾਰ ਨੂੰ ਕੂੜ, ਅਸੱਤ ਮੈਂ ਕਹਿ ਰਿਹਾ, ਝੂਠ ਕਹਿ ਰਿਹਾ ਹਾਂ ਵੀ ਛੱਡਣਾ ਹੈ, ਇਹਨੂੰ ਛੱਡੋ। ਇੰਨੇ ਤੋਂ ਹੀ ਡਰ ਜਾਂਦੇ ਹਨ, ਭੈਭੀਤ ਹੋ ਜਾਂਦੇ ਹਨ, ਸੁਣਨੋਂ ਹਟ ਜਾਂਦੇ ਹਨ, ਭੱਜ ਜਾਂਦੇ ਹਨ, ਨੱਠ ਜਾਂਦੇ ਹਨ। ਅਤੇ ਇਹਨਾਂ ਡਰਪੋਕ ਜਿਹੜੇ ਹਨ, ਬੁਝਦਿਲ ਹਨ, ਉਹਨਾਂ ਵਾਸਤੇ ਥੋੜ੍ਹੀ, ਇਹਨਾਂ ਦੇ ਤਾਂ ਇਹ ਸਬਜੈਕਟ ਰਹਿੰਦੇ ਹਨ ਪੜ੍ਹਨ ਵਾਸਤੇ, ਬੁਝਦਿਲਾਂ ਵਾਸਤੇ ਨਹੀਂ ਹਨ। ਇਹ ਤਾਂ ਕੁਛ ਕੁ ਜਿਹੜੇ ਸੂਰਮੇ ਹਨ,
ਜਿਹੜੇ ਵਾਸਤਵਿਕ ਦੇ ਵਿੱਚ ਦੀਵਾਨੇ ਹਨ, ਪਰਵਾਨੇ ਹਨ, ਜਿਹੜੇ ਫਨਾ ਹੋਣ ਨੂੰ ਤਿਆਰ ਹਨ, ਮਿਟਣ ਨੂੰ ਤਿਆਰ ਹਨ, ਸਭ ਕੁਝ ਛੱਡਣ ਨੂੰ ਤਿਆਰ ਹਨ, ਉਹਨਾਂ ਵਾਸਤੇ ਬੋਲਿਆ ਜਾ ਰਿਹਾ ਹੈ ਇੱਧਰ। ਉਹ ਤਿਆਰ ਹੋ ਰਹੇ ਹਨ ਅਤੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਵੀ ਤੁਸੀਂ ਘਬਰਾਓ ਨਾ, ਆਓ ਤੁਸੀਂ, ਇਹ ਖੁੱਲ੍ਹਾ ਆਕਾਸ਼ ਤੁਹਾਡੇ ਵਾਸਤੇ ਹੈ। ਤੁਸੀਂ ਸੁਤੰਤਰਤਾ ਦਾ ਆਨੰਦ ਲੈ ਸਕਦੇ ਹੋ। ਮਰਨ ਵੇਲੇ ਸੰਸਾਰ ਨੂੰ ਛੱਡਣਾ ਹੈ, ਉਦੋਂ ਤੇ ਜ਼ਬਰਦਸਤੀ ਛੁੱਟਦਾ ਹੈ, ਛੱਡਣਾ ਨਹੀਂ ਚਾਹੁੰਦਾ ਹੈ ਆਦਮੀ, ਤੇ ਛੁੱਟਦਾ ਹੀ ਹੈ। ਜੀਂਦੇ ਜੀ ਸਭ ਕੁਝ ਛੱਡ ਕੇ ਸੱਚ ਦੇ ਵਿੱਚ ਉਡਾਰੀਆਂ ਲਾਓ। ਤੁਸੀਂ ਦੇਖੋ, ਝੂਠ ਨੂੰ ਜੀਂਦੇ ਜੀ ਛੱਡ ਕੇ ਆਓ, ਮੈਂ ਤੁਹਾਨੂੰ ਦੱਸਾਂ ਸੱਚ ਦੇ ਵਿੱਚ ਕਿਵੇਂ ਉਡਾਰੀਆਂ ਲਾਈਆਂ ਜਾਂਦੀਆਂ। ਤੇ ਇੱਧਰ ਉਹ ਜਿਹੜੇ ਹਨ ਝੂਠ ਨੂੰ ਸੱਜਣ ਨੂੰ ਤਿਆਰ ਹਨ। ਜਗ ਰਚਨਾ ਸਭ ਝੂਠ ਹੈ, ਉਹ ਐਸੇ ਸਾਹਸ ਸੀ। ਦਰਅਸਲ ਝੂਠ ਨੂੰ ਛੱਡਣਾ ਵੀ ਬਹੁਤ ਵੱਡਾ ਸਾਹਸ ਹੈ, ਇਸੇ ਕਰਕੇ ਵਿਰਲੇ ਛੱਡਦੇ ਹਨ। ਖਿਆਲ ਵਿੱਚ ਰੱਖਿਓ, ਬਹੁਤ ਘੱਟ ਹਨ। ਬਹੁਤ ਵੱਡੀ ਸੂਰਮਤਾਈ ਹੈ ਮੈਂ ਨੂੰ ਮੁਕਾਉਣਾ ਜਾਂ ਝੂਠ ਨੂੰ ਛੱਡਣਾ, ਕਿਉਂਕਿ ਝੂਠ ਤੋਂ ਹੀ ਮੈਂ ਪੈਦਾ ਹੋ ਰਹੀ ਹੈ। ਆਪਣੇ ਆਪ ਨੂੰ ਆਪਣੇ ਹੱਥੀਂ ਖਤਮ ਕਰਨ ਜਾਂ ਗੁਰੂ ਦੁਆਰਾ ਆਪਣੇ ਆਪ ਨੂੰ ਮਿਟਾਉਣਾ, ਗੁਰੂ ਨੂੰ ਸਮਰਪਿਤ ਕਰਨਾ, ਸਮਰਪਣ ਕਰਨਾ ਬਹੁਤ ਕਠਿਨ ਹੈ। ਇਹ ਤਾਂ ਬਹੁਤ ਵਿਰਲੇ ਹਨ। ਕਹੋ ਕਬੀਰ ਇਹ ਖੇਲ ਕਠਿਨ ਹੈ ਕਿ ਨਹੀਂ ਗੁਰਮੁਖ ਜਾਣਾ। ਕੋਈ ਗੁਰਮੁਖ ਵਿਰਲੇ ਹਨ, ਵਿਰਲੇ ਹਨ ਐਸੇ ਦੀਵਾਨੇ, ਐਸੇ ਪਰਵਾਨੇ, ਐਸੇ ਮਸਤਾਨੇ। ਤੁਸੀਂ ਮਸਤਾਨਿਆਂ ਦੇ ਗੀਤ ਹੀ ਸੁਣੇ ਹਨ। ਵਾਸਤਵਿਕ ਦੇ ਵਿੱਚ ਜਦੋਂ ਮਸਤਾਨੇ ਇਸ ਧਰਤੀ 'ਤੇ ਘੁੰਮਣਗੇ ਨਾ, ਉਹਨਾਂ ਦੇ ਦਰਸ਼ਨ ਕਰਿਓ ਅਤੇ ਤੁਹਾਨੂੰ ਪਤਾ ਲੱਗੂਗਾ ਮਸਤਾਨੇ ਕੈਸੇ ਹੁੰਦੇ ਹਨ। ਐਸੇ ਮਸਤਾਨੇ